ਡੈਰੀ ਫਾਰਮਿੰਗ ਦੁੱਧ ਵਾਸਤੇ ਕਰਨਾ ਚਾਹੀਦਾ ਚਾਹੁੰਦਾ ਤੇ ਉਹਨੂੰ ਸਿਰਫ ਦੁੱਧ ਵਾਲੇ ਜਾਨਵਰ ਰੱਖਣੇ ਚਾਹੀਦੇ। ਠੀਕ ਹੋ ਗਿਆ। ਤੇ ਸ਼ੌਕੀਆ ਤਾਂ ਫਿਰ ਬੰਦੇ ਦਾ ਆਪਣਾ ਸ਼ੌਕ ਹੈ ਜੀ। ठीक हो गया। ਉਹਦੇ ਸਾਥ ਬਿਸਮਿल्लाह ਇਹਦੇ ਨਾਲ ਦਾ ਸ਼ੌਕ ਕੋਈ नहीं। बिस्मिल्लाहिर्रहमानिर्रहीम, अस्सलाम वालेकुम। आप सारे दोस्तों को मेरे इस चैनल विलेज लाइफ विद सफदर में खुश आमदीद। दोस्तों क्या हाल है, उम्मीद करता हूँ आप खैर खैरियत से होंगे। तो दोस्तों आज की इस वीडियो में मैं आपको एक ऐसे डेयरी फार्मर से मिलवाने जा रहा हूँ जो इसको कमर्शियल लेवल पर इतना ज़्यादा नहीं कर रहा, बस उसे अपना शौक पूरा करने से गरज है। इसके अलावा सारी बाकी जो तफसील है वो जानते हैं इस फार्मर से बात करके। अस्सलाम वालेकुम जनाब। वालेकुम सलाम जनाब की हाल नो? अल्हम्दुलिल्लाह जी, अल्लाह पाक दा शुक्र। अच्छा जनाब, सारे तो पहले तो अपना नाम दसो। मेरा नाम भाई फैसल गुजर जी। अच्छा फैसल गुजर साहब, अपने इलाके का नाम दसो। 27 ਚੱਕ ਨੋਬੀ 27 ਚੱਕ ਨੋਬੀ ਬਾਗਟਾਂ ਵਾਲਾ ਤਹਿਸੀਲ ਜ਼ਿਲ੍ਹਾ ਸਰਗੋਦਾ ਜੀ। ਠੀਕ ਹੋ ਗਿਆ। ਅੱਛਾ ਫੈਸਲ ਗੁੱਜਰ ਸਾਹਿਬ, ਮੈਂ ਵੇਖ ਰਿਹਾ ਮਾਸ਼ਾਅੱਲਾ ਤੁਸੀਂ ਮੱਝਾਂ ਵੀ ਰੱਖੀਆਂ ਹੋਈਆਂ ਨੇ ਕਾਫੀ ਜ਼ਿਆਦਾ ਤੇ ਨਾਲ ਤੁਸੀਂ ਗਾਵਾਂ ਵੀ ਰੱਖੀਆਂ ਨੇ। ਇਹ ਡੈਰੀ ਫਾਰਮਿੰਗ ਵਾਲਾ ਕੰਮ ਤੁਸੀਂ ਕਿੰਨੇ ਅਰਸੇ ਤੋਂ ਕਰ ਰਹੇ ਹੋ? ਤਕਰੀਬਨ ਜੀ ਸਾਡੇ ਬਜ਼ੁਰਗਾਂ ਤੋਂ ਤੁਰਿਆ ਆ ਰਿਹਾ ਜੀ। ਠੀਕ ਹੈ। ਪਾਕਿਸਤਾਨ ਬਣਨ ਤੋਂ ਬਾਅਦ ਸਾਡਾ ਜ਼ਿਆਦਾ ਕਾਰੋਬਾਰ ਆ ਹੀ ਰਿਹਾ ਜੀ ਡੈਰੀ ਫਾਰਮਿੰਗ ਵਾਲਾ। ਡੈਰੀ ਫਾਰਮਿੰਗ ਵਾਲਾ ਸ਼ੌਕੀਆ ਤੌਰ ਤੇ ਜੀ। ਠੀਕ ਹੈ। ਲੇਕਿਨ ਪ੍ਰੋਫਿਟ ਕਾਰੋਬਾਰ ਦੇ ਲਿਹਾਜ਼ ਨਾਲ ਨਹੀਂ, ਸਿਰਫ ਸ਼ੌਕ ਦੇ ਲਿਹਾਜ਼ ਵਾਸਤੇ। ਠੀਕ ਹੋ ਗਿਆ। ਤੇ ਇਹ ਸ਼ੌਕ ਤੁਹਾਨੂੰ ਕਿਸ ਤਰ੍ਹਾਂ ਪੈਦਾ ਹੋਇਆ? ਬਜ਼ੁਰਗਾਂ ਤੋਂ ਚੱਲਿਆ ਆ ਰਿਹਾ ਜੀ। ਅੱਛਾ ਸਾਡੇ ਵਾਲਦੈਨ ਤੋਂ ਜੀ। ਠੀਕ ਹੈ। ਉਹ ਕਰਦੇ ਆਏ, ਅੱਗੋਂ ਉਹਨਾਂ ਦੀ ਪੀੜ੍ਹੀ ਕਰਦੀ ਹੈ, ਅੱਗੋਂ ਅਸੀਂ ਕਰਦੇ ਆਏ ਜੀ। ਠੀਕ ਹੈ। ਠੀਕ ਹੈ। ਤੁਹਾਡੇ ਬਜ਼ੁਰਗ ਵੀ ਇਹ ਸ਼ੌਕੀਆ ਕੰਮ ਕਰਦੇ ਆ? ਜੀ ਬਿਲਕੁਲ ਮਾਸ਼ਾਅੱਲਾ ਜੀ, ਉਹਨਾਂ ਦਾ ਸ਼ੌਕੀਆ ਕਾਰੋਬਾਰ। ਠੀਕ ਹੋ ਗਿਆ। ਅੱਛਾ ਤੁਸੀਂ ਇਹ ਦੱਸੋ ਬਈ ਤੁਸੀਂ ਆਪਣੇ ਬਜ਼ੁਰਗਾਂ ਤੋਂ ਇਸ ਕੰਮ ਨੂੰ ਬਿਹਤਰ ਕਿਸ ਤਰੀਕੇ ਨਾਲ ਬਣਾਇਆ ਹੈ? ਸਾਡੇ ਬਜ਼ੁਰਗਾਂ ਦੇ ਦੌਰ 'ਚ ਜੀ ਆ ਸਿਸਟਮ ਕੋਈ ਨਹੀਂ ਸੀ, ਮਾਲ ਛੋੜਾ ਛੱਡਣੇ ਵਾਲਾ, ਖੁੱਲ੍ਹਾ ਛੱਡਣ ਵਾਲਾ ਜੀ। ਠੀਕ ਹੈ। ਹੁਣ ਅੱਗੇ ਬਿਹਤਰ ਤੁਹਾਡੇ ਸਾਹਮਣੇ ਹਾਲਾਤ ਜੀ। ਇਹਨਾਂ ਦੇ ਇੱਕ ਡੰਗਰ ਨੂੰ ਸ਼ੈਡ ਵਗੈਰਾ ਬਿਹਤਰੀਨ ਬਣਾਏ ਜੀ। ਠੀਕ ਹੈ। ਇੱਕ ਅੱਗੇ ਜਾਨਵਰ ਨੂੰ ਬੰਨ੍ਹ ਛੱਡ ਦੀ ਬੜੀ ਤਕਲੀਫ ਬਣਦੀ ਸੀ। ਠੀਕ ਹੈ। ਜਾਨਵਰ ਆਪਣੀ ਮਰਜ਼ੀ ਨਾਲ ਧੁੱਪ ਛਾਵੇਂ ਨਹੀਂ ਹੋ ਸਕਦਾ ਜੀ, ਹੁਣ ਧੁੱਪ ਛਾਵੇਂ ਆਪਣੀ ਮਰਜ਼ੀ ਨਾਲ ਜਾਂਦਾ ਜੀ। ਠੀਕ ਹੋ ਗਿਆ। ਪਾਣੀ ਛਾਣੀ ਆਪਣਾ ਮਰਜ਼ੀ ਨਾਲ ਪੀਂਦਾ ਜੀ। ਚਾਰਾ ਅੱਗੇ ਸੈਲਜ ਨਹੀਂ ਸੀ, ਅੱਜ ਕੱਲ੍ਹ ਸੈਲਜ ਦਾ ਬੜਾ ਕਾਰੋਬਾਰ ਚੱਲ ਗਿਆ ਜੀ। ਠੀਕ ਹੋ ਗਿਆ। ਉਹਨਾਂ ਜਾਨਵਰਾਂ ਦੀ ਸਿਹਤ ਦੇ ਵਿੱਚ ਦੁੱਧ 'ਚ ਬੜਾ ਫਰਕ ਪੈ ਜਾਂਦਾ ਜੀ। ਠੀਕ ਹੋ ਗਿਆ। ਅੱਛਾ ਇਹ ਦੱਸੋ ਵੀ ਤੁਸੀਂ ਇਹ ਜਿਹੜਾ ਕੰਮ ਸ਼ੁਰੂ ਕੀਤਾ ਹੈ ਕਿੰਨੇ ਜਾਨਵਰਾਂ ਤੋਂ ਸ਼ੁਰੂ ਕੀਤਾ ਹੈ ਤੇ ਇਸ ਟਾਈਮ ਤੁਹਾਡੇ ਫਾਰਮ 'ਚੋਂ ਕਿੰਨੇ ਜਾਨਵਰ ਨੇ? ਤਕਰੀਬਨ ਜੀ ਜਦੋਂ ਵਾਸੀ ਉਸ ਮਾਲੀ ਦੀ ਉਸ ਟਾਈਮ ਤਕਰੀਬਨ ਕੋਈ 10-11 ਮੱਝਾਂ ਹੀ ਜੀ, ਕੱਲੀਆਂ ਮੱਝਾਂ ਹੀ, ਗਾਈਆਂ ਨਹੀਂ ਸੀ। ਠੀਕ ਹੈ। ਉਸ ਤੋਂ ਬਾਅਦ ਮੱਝਾਂ ਵੀ ਅੱਲਾ ਕਿਤੇ ਗਾਈਆਂ ਦਾ ਮਜ਼ਾ ਪਿਆ, ਸਵਾਦ ਪਿਆ ਜੀ। ਠੀਕ ਹੈ। ਹੁਣ ਤਕਰੀਬਨ ਕੋਈ 10 ਕੁ ਗਾਈਆਂ ਜੀ। ਠੀਕ ਹੈ। ਕੋਈ 15-20 ਮੱਝਾਂ ਜੀ। ਠੀਕ ਹੋ ਗਿਆ। ਤੇ ਕੁੱਲ ਜਾਨਵਰ ਛੋਟੇ ਵੱਡੇ ਜਿਹੜੇ ਬੱਚਿਆਂ ਛੋਟੇ ਵੱਡੇ ਤਕਰੀਬਨ ਬਣ ਜਾਂਦੇ 50 ਜਾਨਵਰ ਬਣ ਜਾਂਦੇ। 50 ਜਾਨਵਰ ਤੁਹਾਡੇ ਕੋਲ। ਠੀਕ ਹੋ ਗਿਆ। ਅੱਛਾ ਤੁਹਾਡੇ ਕੋਲ ਮੱਝਾਂ ਕਿਹੜੀ ਨਸਲ ਦੀਆਂ ਤੇ ਗਾਵਾਂ ਕਿਹੜੀ ਨਸਲ ਦੀਆਂ? ਗਾਵਾਂ ਜੀ ਫਰੀਜ਼ਨ ਨਸਲ ਦੀਆਂ। ਠੀਕ ਹੈ। ਵਿੱਚ ਮਿਕਸਿੰਗ ਤੇ ਮੱਝਾਂ ਜਿਹੜੀਆਂ ਉਹ ਇੱਥੇ ਆਪਣੇ ਇਲਾਕੇ ਦੀਆਂ ਖਰੀਦ ਨੀਲੀ ਦੀਆਂ ਵਿੱਚ ਮਿਕਸ ਆ, ਕੋਈ ਵੈਸੇ ਇਲਾਕੇ ਦੀਆਂ ਜਿਹੜੀਆਂ ਜ਼ਿਆਦਾ ਆਪਣੇ ਘਰ ਦੀਆਂ ਹੀ ਅੱਗੋਂ ਜੀ। ਠੀਕ ਹੋ ਗਿਆ। ਅੱਛਾ ਜ਼ਿਆਦਾ ਅੱਛੀ ਨਸਲ ਤੁਸੀਂ ਕਿਹੜੀ ਸਮਝਦੇ ਹੋ, ਨੀਲੀ ਰਾਵੀ ਜਾਂ ਫਿਰ ਜਿਹੜੀ ਲੋਕਲ ਤੁਹਾਡੇ ਆਪਣੇ ਇਲਾਕੇ ਦੀ ਹੈ? ਨਸਲ ਤੇ ਜੀ ਨੀਲੀ ਰਾਵੀ ਹੈ ਜੀ। ਠੀਕ ਹੈ। ਇਹ 'ਚ ਕੋਈ ਸ਼ੱਕ ਨਹੀਂ, ਲੇਕਿਨ ਅਗਰ ਉਹਨਾਂ ਲੈਣ ਜਾਏ ਉਹਨਾਂ ਸਾਂਭ ਇਹਨਾਂ ਮੱਝਾਂ ਤੋਂ ਜ਼ਿਆਦਾ ਔਖੀ ਜੀ। ਅੱਛਾ ਬਹੁਤ ਨਫੀਸ ਜਾਨਵਰ ਹੈ ਜੀ। ਠੀਕ ਹੈ। ਉਹ ਇਹਨਾਂ ਨਾਲੋਂ ਅੱਛੀਆਂ ਜੀ, ਨਸਲ ਉਹ ਹੀ ਬਿਹਤਰ ਹੈ। ਲੇਕਿਨ ਸਾਡੇ ਕਿੰਨਾ ਕੁ ਸਾਡਾ ਸ਼ੌਕ, ਕਿੰਨਾ ਕੁ ਸਾਡੀ ਸੀਹਤ ਹੈ, ਉਸ ਹਿਸਾਬ ਨਾਲ ਜੀ ਆਹ ਮਾਲ ਸਾਡੇ ਵਾਸਤੇ ਬਿਹਤਰੀਨ ਹੈ। ਲੋਕਲ ਜੀ। ਠੀਕ ਹੈ। ਅੱਛਾ ਇਹਨਾਂ ਦੀ ਹਿਫਾਜ਼ਤ 'ਚ ਵੀ ਫਰਕ ਹੁੰਦਾ ਕਿ ਨੀਲੀ ਰਾਵੀ ਦੀ ਮੱਝ ਹੈ ਬਾਕੀ ਲੋਕਲ ਮੱਝ ਹੈ, ਇਹਨਾਂ ਰੱਖਣ ਵਾਸਤੇ ਹਿਫਾਜ਼ਤ 'ਚ ਥੋੜ੍ਹੀ ਜਿਹੀ ਹੁੰਦੀ ਫਰਕ ਹੁੰਦਾ ਕੁਛ? ਹਿਫਾਜ਼ਤ ਜੀ ਸ਼ੌਕ ਦੀ ਗੱਲ ਹੈ ਜੀ। ਠੀਕ ਹੈ। ਸ਼ੌਕ ਇੱਥੇ ਪੂਰਾ ਕਰੋ ਤੇ ਇਹਨੂੰ ਵੀ ਉਨੀ ਹਿਫਾਜ਼ਤ ਮੰਗਣੀ ਪੈਂਦੀ ਜੀ। ਠੀਕ ਹੈ। ਉਹਦਾ ਸ਼ੌਕ ਹੈ ਤੇ ਉਹਦੀ ਦੁਗਣੀ ਹਿਫਾਜ਼ਤ, ਲੇਕਿਨ ਉਹ ਮੱਝ ਦਾ ਵੇਟ ਇਸ ਮੱਝ ਨਾਲੋਂ ਜ਼ਿਆਦਾ ਜੀ। ਠੀਕ ਹੈ। ਉਹਨਾਂ ਦਾ ਦੁੱਧ ਦੀ ਮਿਕਦਾਰ ਦੇ ਹਿਸਾਬ ਨਾਲ ਉਹਨਾਂ ਦਾ ਹਿਸਾਬ ਕਿਤਾਬ ਚਾਰੇ ਦਾ ਹਰ ਸ਼ਾਇ ਇਹਨਾਂ ਤੋਂ ਜ਼ਰਾ ਡਿਫਰੈਂਟ ਰੱਖਣੀ ਪੈਂਦੀ। ਅੱਛਾ ਤੁਸੀਂ ਆਪਣੇ ਜਾਨਵਰ ਖਰੀਦਦੇ ਕਿਹੜੀ ਜਗ੍ਹਾ ਤੋਂ? ਅਸੀਂ ਜੀ ਇੱਕ ਲੋਅਰ ਮੰਡੀ ਜ਼ਿਆਦਾ ਝੋਟੀਆਂ ਲੈ ਕੇ ਆਉਂਦੇ ਹਾਂ ਜੀ। ਠੀਕ ਹੈ। ਅਨਸਰ ਝੋਟੀਆਂ ਜਿਹੜੀਆਂ ਕੋਈ ਮਹੀਨੇ 2 ਮਹੀਨਿਆਂ 'ਚ ਬਣਨੇ ਵਾਲੀਆਂ। ਠੀਕ ਹੈ। ਤੇ ਵਿੱਚ ਕੋਈ ਆਪਣੀਆਂ ਘਰ ਦੀਆਂ ਝੋਟੀਆਂ ਤਿਆਰ ਹੋ ਜਾਂਦੀਆਂ ਜੀ। ਅੱਛਾ ਉਹ ਝੋਟੀ ਜਿਹੜੀ ਤੁਸੀਂ ਲੈਂਦੇ ਹੋ ਤਕਰੀਬਨ ਇੱਕ ਝੋਟੀ ਤੁਹਾਨੂੰ ਤਕਰੀਬਨ ਐਵਰੇਜ ਕਿੰਨੇ ਦੀ ਮਿਲਦੀ? ਸਾਨੂੰ ਤਕਰੀਬਨ ਜੀ ਉੱਥੇ ਜਿਹੜੀ ਝੋਟੀ ਮੰਡੀ 'ਚ ਤਕਰੀਬਨ 1.20-1.5 ਇਸ ਦੇ ਦਰਮਿਆਨ ਮਿਲਦੀਆਂ ਜੀ। ਠੀਕ ਹੈ। ਇੱਥੇ ਲਿਆ ਕੇ ਕੋਈ ਆਪਣੀਆਂ ਜਿਹੜੀਆਂ ਕੋਈ ਦਿਲ ਲੱਗੀਆਂ ਰੱਖ ਲਈਆਂ, ਬਾਕੀ ਕੋਈ ਸੇਲ ਕਰ ਦਿੱਤੀਆਂ ਜੀ। ਅੱਛਾ ਜਦੋਂ ਝੋਟੀ ਤੁਸੀਂ ਤਿਆਰ ਕਰਦੇ ਹੋ, ਝੋਟੀ ਸੂਝ ਜਾਂਦੀ, ਫਿਰ ਤਕਰੀਬਨ ਕਿੰਨੇ ਦੀ ਸੇਲ ਹੋ ਜਾਂਦੀ? ਤਕਰੀਬਨ ਜੀ ਉਹ ਝੋਟੀ 2.5 ਤੋਂ 3 ਲੱਖ ਦੇ ਦਰਮਿਆਨ ਸੇਲ ਹੋ ਜਾਂਦੀ ਜੀ ਸਾਡੇ ਕੋਲ। ਇੱਥੇ ਤੁਹਾਨੂੰ ਅੱਧੋ ਵੱਧ ਪ੍ਰੋਫਿਟ ਬਣ ਜਾਂਦੀ ਜੀ। ਠੀਕ ਹੋ ਗਿਆ। ਅੱਛਾ ਇਹ ਕੰਮ ਤੁਸੀਂ ਕਾਰੋਬਾਰ ਦੇ ਤੌਰ ਤੇ ਕਰਦੇ ਹੋ, ਮਤਲਬ ਝੋਟੀਆਂ ਲਿਆ ਕੇ ਵੇਚਣੇ ਵਾਲਾ, ਜਾਂ ਸਿਰਫ ਆਪਣੇ ਫਾਰਮ 'ਚ ਪਾਉਣ ਵਾਸਤੇ? ਸਿਰਫ ਸ਼ੌਕ ਦੇ ਤੌਰ ਤੇ ਜੀ, ਲਵਾ ਮਾਲ ਰੱਖਣਾ ਜੀ। ਠੀਕ ਹੈ। ਤਕਰੀਬਨ ਜਦੋਂ 3-4 ਸੂਏ ਮੱਝ ਚੋਲੀ ਦੀ ਉਸ ਤੋਂ ਬਾਅਦ ਸੇਲ ਕਰ ਦੀ। ਠੀਕ ਹੈ। ਲਵਾ ਜਾਨਵਰ ਰੱਖਣਾ, ਨਵਾਂ ਲਵਾ ਦੁੱਧ ਦਾ ਸਵਾਦ, ਨਵਾਂ ਮੱਝ ਤਿਆਰ ਕਰਨੀ। ਠੀਕ ਹੈ। ਅੱਛਾ ਜਨਾਬ ਇਹ ਦੱਸੋ ਇੱਕ ਚੰਗੀ ਮੱਝ ਦੀ ਪਹਿਚਾਣ ਕੀ ਹੈ? ਚੰਗੀ ਮੱਝ ਦੀ ਜੀ ਬੂਥੀ ਛੋਟੀ ਹੋਵੇ, ਗਰਦਨ ਲੰਮੀ ਹੋਵੇ ਜੀ, ਪੁੱਠਾ ਸੋਹਣਾ ਚੌੜਾ ਹੋਵੇ। ਠੀਕ ਹੈ। ਹਵਾਨੇ ਦਾ ਰੁੱਖ ਵੇਖੀਦਾ ਜੀ। ਠੀਕ ਹੈ। ਹਵਾਨਾ ਥਾਣ ਮੁੱਠ ਭਾਰ ਹੋਣ ਜੀ, ਹਵਾਨਾ ਸੋਹਣਾ ਹੋਵੇ ਜੀ, ਡਬਲ ਹਵਾਨਾ ਹੋਵੇ, ਬੱਖੀ ਛੋਟੀ ਹੋਵੇ। ਠੀਕ ਹੈ।
ਅੱਛਾ ਤੁਸੀਂ ਇਸ ਟਾਈਮ ਜਿੰਨੇ 50 ਜਾਨਵਰ ਰੱਖੇ ਹੋਏ ਹੈ ਜੀ ਜੀ ਇਹਨਾਂ ਜਾਨਵਰਾਂ ਵਾਸਤੇ ਤੁਹਾਡੇ ਕੋਲ ਕਿੰਨੀ ਜਗ੍ਹਾ ਹੈ? ਸਾਡੇ ਕੋਲ ਤਕਰੀਬਨ ਜੀ ਟੋਟਲ ਹਵੇਲ ਜਿਹੜਾ ਸਾਡਾ ਜੀ ਵਿਗੇ ਦਾ ਜੀ, ਠੀਕ ਹੈ, ਇਹਦੇ ਵਿੱਚ ਹੀ ਜਾਨਵਰਾਂ ਦੀ ਐਡਜਸਟਮੈਂਟ ਹੈ, ਵਿੱਚ ਘੋੜਿਆਂ ਦੀ ਐਡਜਸਟਮੈਂਟ, ਮਾਲ ਡੰਗਰ ਦੇ ਵਿੱਚ ਘੋੜਿਆਂ ਦੀ ਜੀ। ਠੀਕ ਹੈ। ਅੱਛਾ ਤੁਸੀਂ ਜਿਹੜਾ ਜਾਨਵਰਾਂ ਦਾ ਸ਼ੈੱਡ ਬਣਾਇਆ ਗਾਵਾਂ ਤੇ ਮੱਝਾਂ ਦਾ, ਜੀ ਜੀ ਇਹਦੀ ਲੰਬਾਈ ਤੇ ਚੌੜਾਈ ਕਿੰਨੇ ਫੁੱਟ ਹੈ? ਇਹਦੀ ਚੌੜਾਈ ਤਕਰੀਬਨ ਬਣ ਹੀ ਜਾਂਦੀ ਜੀ 50 ਫੁੱਟ ਜੀ। ਅੱਛਾ 50 ਫੁੱਟ ਤੁਸੀਂ 50 ਫੁੱਟ ਮੱਝਾਂ ਵਾਸਤੇ, 20 ਫੁੱਟ ਚੌੜਾਈ ਮੱਝਾਂ ਦੀ ਜੀ। ਠੀਕ ਹੈ, ਅਗੋ ਇੰਨੇ ਗਾਈਆਂ ਵਾਸਤੇ ਜੀ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਇਹਨਾਂ ਜਾਨਵਰਾਂ ਤੁਸੀਂ ਅੱਜ ਕੱਲ੍ਹ ਕਿਹੜੀ ਖੁਰਾਕ ਦੇ ਰਹੇ ਹੋ? ਅੱਜ ਕੱਲ੍ਹ ਜੀ ਮੱਕੀ ਹਾਈਬ੍ਰਿਡ ਜਿਹੜੀ ਮੱਕੀ ਗੱਡੀ ਵੈਸੇ ਤਾਂ ਨੁਕਸਾਨਦੇਹ ਹੀ ਹੁੰਦੀ, ਬਾਇਆ ਸ਼ਾਇਦ ਜ਼ਿਆਦਾ ਹੁੰਦੀ, ਲੇਕਿਨ ਚਾਰੇ ਦੀ ਕਮੀ ਦਾ ਕਰਕੇ ਹਾਈਬ੍ਰਿਡ ਮੱਕੀ ਨਾਲ ਰੋਡ ਗ੍ਰਾਸ ਘਾਹ ਕੱਢਿਆ ਹੋਇਆ ਜੀ। ਅੱਛਾ ਤੁਸੀਂ ਦੱਸ ਰਹੇ ਹੋ ਵੀ ਹਾਈਬ੍ਰਿਡ ਮੱਕੀ ਨੁਕਸਾਨਦੇਹ ਹੁੰਦੀ, ਇਹ ਜਾਨਵਰਾਂ ਵਾਸਤੇ ਨੁਕਸਾਨਦੇਹ ਕਿਉਂ ਹੁੰਦੀ? ਬਾਇਆ ਸ਼ਾਇਆ ਹੁੰਦੀ ਹੈ ਜੀ। ਠੀਕ ਹੈ, ਮਸਾਲਾ ਜ਼ਿਆਦਾ ਤਿਆਰ ਕਰਨੀ ਪੈਂਦੀ। ਠੀਕ ਹੈ, ਮੱਕੀ ਬਾਇਆ ਥੈ ਨਾ ਜੀ, ਉਹਦੇ ਨਾਲ ਜਾਨਵਰਾਂ ਦੇ ਚਾਰੇ 'ਚ ਵੀ ਫਰਕ ਆਉਂਦਾ, ਦੁੱਧ 'ਚ ਵੀ ਫਰਕ ਪੈਂਦਾ ਜੀ। ਠੀਕ ਹੈ, ਕੰਮ ਹੋ ਜਾਂਦਾ ਹੈ, ਕੰਮ ਦੁੱਧ ਕੰਮ ਕਰ ਜਾਂਦੀ। ਠੀਕ ਹੋ ਗਿਆ। ਅੱਛਾ ਇਹਦੇ ਨਾਲ ਤੁਸੀਂ ਰੋਡ ਗ੍ਰਾਸ ਘਾਹ ਇਸਤੇਮਾਲ ਕਰਦੇ ਹਾਂ ਜੀ। ਠੀਕ ਹੋ ਗਿਆ। ਇਹ ਰੋਡ ਗ੍ਰਾਸ ਤੁਸੀਂ ਕਿੰਨੀ ਜਗ੍ਹਾ ਤੇ ਬੀਜੀ ਹੋਇਆ ਹੈ? ਅਸੀਂ ਤਕਰੀਬਨ ਜੀ 2 ਏਕੜ ਗੱਡਿਆ ਹੋਇਆ ਜੀ। ਇਹ 2 ਏਕੜ ਤੁਹਾਡੇ 50 ਜਾਨਵਰਾਂ ਵਾਸਤੇ ਕਾਫੀ ਹੋ ਜਾਂਦਾ ਹੈ? ਇਹਦੇ ਵਿੱਚ ਫਿਰ ਅੱਗੋਂ ਮੱਕੀ ਮਿਕਸ ਕਰ ਲਈ ਦੀ, ਵਿੱਚ ਆਹ ਕਰ ਲਈਦਾ, ਕੁਛ ਟਾਲਾ ਆ ਜਾਣਾ ਜੀ, ਕਮਾਦ ਦਾ ਆਪਣਾ ਜੀ। ਠੀਕ ਹੈ, ਲੇਕਿਨ ਫਿਲਹਾਲ ਅਸੀਂ ਜ਼ਿਆਦਾ ਰੋਡ ਗ੍ਰਾਸ ਘਾਹ ਤੇ ਮੱਕੀ ਇਸਤੇਮਾਲ ਕਰ ਰਹੇ ਹਾਂ। ਠੀਕ ਹੈ। ਇਸ ਤੋਂ ਬਾਅਦ ਅਗਰ ਟਾਲੇ ਦਾ ਸੀਜ਼ਨ ਆ ਜਾਏਗਾ, ਲੂਸਣ ਜੋਦਰ। ਅੱਛਾ ਜਿਹੜੇ ਰੋਡ ਗ੍ਰਾਸ ਤੁਹਾਡੇ ਕੋਲ ਹੈ ਇਹ ਜਾਨਵਰ ਸ਼ੌਕ ਨਾਲ ਖਾਂਦੇ ਨੇ? ਬੜਾ ਜੀ ਬਿਹਤਰੀਨ, ਇਹ ਨਾ ਜਾਨਵਰ ਫਿੱਟ ਬੜਾ ਰਹਿੰਦਾ ਜੀ। ਅੱਛਾ ਇਹ ਦੋਵਾਂ ਚੀਜ਼ਾਂ ਵਾਸਤੇ ਬਿਹਤਰੀਨ ਹੈ ਜੀ। ਠੀਕ ਹੈ, ਇੱਕ ਤੇ ਮੱਝਾਂ ਗਾਵਾਂ ਵਾਸਤੇ, ਦੂਜਾ ਘੋੜਿਆਂ ਵਾਸਤੇ ਵੀ। ਠੀਕ ਹੈ, ਤਾਕਤ ਵਾਲਾ ਪੱਠਾ ਜੀ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਤੁਸੀਂ ਸਾਇਲੇਜ ਇਸਤੇਮਾਲ ਕਰਦੇ ਹੋ? ਜੀ ਬਿਲਕੁਲ ਜ਼ਰੂਰ ਪੂਰਾ ਇਸਤੇਮਾਲ ਕਰਦੇ ਹਾਂ। ਤੇ ਤੁਸੀਂ ਆਪਣਾ ਸਾਇਲੇਜ ਸਾਰਾ ਸਾਲ ਇਸਤੇਮਾਲ ਕਰਦੇ ਹੋ ਜਾਂ ਚੰਦ ਇੱਕ ਮਹੀਨੇ ਇਸਤੇਮਾਲ ਕਰਦੇ ਹੋ? ਅਸੀਂ ਜੀ ਸਾਇਲੇਜ ਆਪਣਾ ਹੀ ਬਣਾਈਦਾ ਜੀ। ਅੱਛਾ ਬੈਂਕਰ ਆਪਣੇ ਬਣੇ ਹੋਏ ਜੀ। ਠੀਕ ਹੈ, ਤਕਰੀਬਨ ਉਹ ਅਸੀਂ 6 ਮਹੀਨੇ ਇਸਤੇਮਾਲ ਕਰੀਦਾ ਸਰਦੀਆਂ ਦੇ ਵਿੱਚ ਜੀ। ਠੀਕ ਹੈ, ਤੇ ਵਿੱਚ ਕੋਈ ਰੱਖ ਲਈਦਾ ਜੋ ਪੱਠਿਆਂ ਦਾ ਵਾਧਾ ਘਾਟਾ ਮੌਸਮ ਦਾ ਬਣਦਾ, ਉਦੋਂ ਫਿਰ ਇਸਤੇਮਾਲ ਕਰੀਦਾ। ਅੱਛਾ ਸਾਇਲੇਜ ਇਸਤੇਮਾਲ ਕਰਨ ਨਾਲ ਤੇ ਆਮ ਸਬਜ਼ ਚਾਰਾ ਇਸਤੇਮਾਲ ਕਰਨ ਨਾਲ ਦੁੱਧ ਦੀ ਪੈਦਾਵਾਰ ਤੇ ਕਿੰਨਾ ਫਰਕ ਪੈਂਦਾ ਹੈ? ਤਕਰੀਬਨ ਜੀ ਅਗਰ ਮੱਝ ਇੱਕ ਦਿਨ ਦੀ ਹੈ ਜੀ 5 ਕਿਲੋ ਦੁੱਧ, ਅਗਰ ਜੋ ਸਾਇਲੇਜ ਇਸਤੇਮਾਲ ਕਰਨਾ ਤਕਰੀਬਨ 7.5 ਕਿਲੋ ਦੁੱਧ ਕਰ ਜਾਂਦੀ ਜੀ ਸਾਇਲੇਜ ਇਸਤੇਮਾਲ ਨਾਲ। 2.5 ਕਿਲੋ ਦੁੱਧ ਦਾ ਫਰਕ ਪੈ ਜਾਂਦਾ। ਅੱਛਾ ਖਾਸਾ ਫਰਕ ਪੈ ਜਾਂਦਾ ਹੈ, ਬਹੁਤ ਜ਼ਿਆਦਾ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਤੁਹਾਡੇ ਜਿਹੜੇ ਫਾਰਮ ਤੇ ਇੱਕ ਜਾਨਵਰ ਅੱਛੇ ਤੋਂ ਅੱਛਾ ਜਾਨਵਰ, ਅੱਛੀ ਤੋਂ ਅੱਛੀ ਮੱਝ ਹੈ ਜੀ, ਉਹ ਕਿੰਨਾ ਦੁੱਧ ਦੇ ਰਹੀ ਹੈ? ਸਾਡੇ ਕੋਲ ਤਕਰੀਬਨ ਜੀ ਜਿਹੜੀ ਸਾਡੇ ਸਾਹਮਣੇ ਮੱਝ ਜੀ ਇਸ ਦਾ ਤਕਰੀਬਨ ਕੋਈ ਦਿਹਾੜੇ ਹੋਏ ਹਲੇ ਸੂਈ ਨੂੰ, ਤੇ ਇਹਦਾ ਕੱਟੂ ਮਰ ਗਿਆ। ਤਕਰੀਬਨ 12 ਸੇ ਇੱਕ ਟਾਈਮ ਦਾ ਦੁੱਧ ਹੈ ਜੀ ਥੱਲੇ ਇਸ ਦੇ। 24 ਘੰਟੇ ਦਾ 24 ਕਿਲੋ ਦੁੱਧ। 24 ਕਿਲੋ ਦੁੱਧ ਹੈ ਜੀ ਇਸ। ਠੀਕ ਹੋ ਗਿਆ। ਇਹਦੀ ਤਕਰੀਬਨ ਕਿੰਨੀ ਕੀਮਤ ਹੈ? ਅਗਰ ਇਹ ਮਤਲਬ ਹੈ ਫੁੱਲ ਤਿਆਰ ਹੋਵੇ ਤੇ ਇਹਦੀ ਕਿੰਨੀ ਕੀਮਤ ਹੋਏਗੀ? ਕੀਮਤ ਜੀ ਇਹ ਕੋਈ ਸ਼ੌਕ ਦੀ ਹੁੰਦੀ ਜੀ। ਜੀ ਠੀਕ ਹੈ। ਤੇ ਸਾਡਾ ਸੇਲ ਦਾ ਤਕਰੀਬਨ ਸਾਡੇ ਅੰਦਾਜ਼ੇ ਨਾਲ ਤਕਰੀਬਨ 3 ਲੱਖ ਤੋਂ ਉੱਤੇ ਮੱਝ ਜੀ। ਠੀਕ ਹੋ ਗਿਆ। ਤੇ ਅੱਛੀ ਤੋਂ ਅੱਛੀ ਗਾਂ ਜਿਹੜੀ ਤੁਹਾਡੇ ਫਾਰਮ 'ਚ ਉਹ ਕਿੰਨਾ ਦੁੱਧ ਦੇ ਰਹੀ? ਸਾਡੇ ਕੋਲ ਜਨਾਬ ਜੀ ਅੱਛੀ ਜਿਹੜੀ ਗਾਂ ਤਕਰੀਬਨ ਉਹ 15 ਸਿਰ ਇੱਕ ਟਾਈਮ ਦਾ ਦੁੱਧ ਦੇ ਰਹੀ ਜੀ। 30 ਕਿਲੋ 24 ਘੰਟੇ ਦਾ? 30 ਕਿਲੋ 24 ਘੰਟੇ ਦਾ। ਤੇ ਉਸ ਦਾ ਤਕਰੀਬਨ ਨਾਰਮਲ ਖੁਰਾਕ ਤੇ ਕੋਈ ਤਿਆਰ ਨਹੀਂ ਮੇਲੇ ਬਣੇ, ਵੈਸੇ ਜਿਹਦਾ ਕੋਈ ਮਸਾਲੇ ਵਗੈਰਾ ਉਹ ਕੁਛ ਹੈ ਨਹੀਂ। ਠੀਕ ਹੋ ਗਿਆ। ਉਹ ਦੀ ਤਕਰੀਬਨ ਕਿੰਨੀ ਕੀਮਤ ਹੈ? ਉਹ ਅਸੀਂ ਜਨਾਬ ਜੀ ਲਈ ਸੀ ਤਕਰੀਬਨ 4 ਲੱਖ ਦੀ ਜੀ। ਠੀਕ ਹੈ, ਆਪ ਖਰੀਦੀ ਸੀ। ਠੀਕ ਹੋ ਗਿਆ। ਅੱਛਾ ਤੇ ਤੁਸੀਂ ਦੁੱਧ ਅੱਜ ਕੱਲ੍ਹ ਕਿੱਥੇ ਫਰੋਖਤ ਕਰ ਰਹੇ ਹੋ ਤੇ ਕਿਸ ਰੇਟ ਤੇ ਫਰੋਖਤ ਕਰ ਰਹੇ ਹੋ? ਇੱਥੇ ਜੀ ਅਸੀਂ ਦੁੱਧ ਤਕਰੀਬਨ ਦੇ ਰਹੇ ਹਾਂ ਘਰਾਂ ਵਾਲੇ ਜੀ 60 ਰੁਪਏ। ਠੀਕ ਹੈ, ਜ਼ਿਆਦਾ ਇੱਥੇ ਸਾਡੇ ਆਪਣੇ ਇਲਾਕੇ 'ਚ ਨਿਕਲ ਜਾਂਦਾ, ਘਰਾਂ ਵਾਲੇ ਲੈ ਜਾਂਦੇ। ਠੀਕ ਹੈ। ਬਾਕੀ ਡੈਰੀ ਤੇ ਜਾਈਦਾ ਜੀ, ਡੈਰੀ ਦੁੱਧ ਆਈਦਾ ਤਕਰੀਬਨ 6 ਫੈਂਟ ਦਾ ਕੋਈ 60 ਰੁਪਏ 65 ਰੁਪਏ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਇਹਨਾਂ ਜਾਨਵਰਾਂ ਨੂੰ ਕਿਹੜੇ ਮੌਸਮ 'ਚੋਂ ਜ਼ਿਆਦਾ ਹਿਫਾਜ਼ਤ ਦੀ ਜ਼ਰੂਰਤ ਹੁੰਦੀ? ਮੌਸਮ ਜੀ ਦੋਨੋਂ ਜਿਹੜੇ ਪੀਕ ਮੌਸਮ ਜਨਾਬ ਜੀ, ਜ਼ਿਆਦਾ ਸਰਦੀ ਤੇ ਜ਼ਿਆਦਾ ਗਰਮੀ। ਠੀਕ ਹੈ। ਤੇ ਜਨਾਬ ਇਹ ਦੱਸੋ ਵੀ ਅਗਰ ਇੱਕ ਬੰਦੇ ਕੋਲ ਆਪਣੀ ਜ਼ਾਤੀ ਜ਼ਮੀਨ ਨਹੀਂ ਹੈ ਉਹ ਜਾਨਵਰਾਂ ਦਾ ਕੰਮ ਕਰ ਸਕਦਾ ਹੈ? ਇਹ ਕਰ ਸਕਦਾ ਹੈ ਜੀ, ਅਗਰ ਉਹ ਸਿਰਫ ਦੁੱਧ ਵਾਲਾ ਕੰਮ ਕਰੇ ਜੀ। ਠੀਕ ਹੈ। ਸ਼ੌਕੀਆ ਤੌਰ ਤੇ ਜਿਹੜਾ ਉਹਦੇ ਵਾਸਤੇ ਮੁਸ਼ਕਿਲ ਹੈ। ਠੀਕ ਹੈ। ਅਗਰ ਦੁੱਧ ਵਾਲਾ ਕੰਮ ਕਰਨਾ ਚਾਹਵੇ ਤੇ ਪੱਠੇ ਮੁੱਲ ਖਰੀਦ ਕੇ ਪਾ ਸਕਦਾ, ਲੇਕਿਨ ਉਹਦੇ ਵਿੱਚ ਆ ਕਿ ਦੂਜਾ ਮਾਲ ਨਾ ਹੋਵੇ। ਠੀਕ ਹੈ। ਦੁੱਧ ਵਾਲਾ ਜਾਨਵਰ ਹੋਵੇ। ਇੱਕ ਮੱਝ ਨੂੰ ਆਪਣੇ ਕੋਲ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਟਾਈਮ ਰੱਖਣਾ ਚਾਹੀਦਾ ਹੈ? ਆਪਣੇ ਜੀ ਹਿਸਾਬ ਕਿਤਾਬ ਹੈ, ਅਸੀਂ ਤਕਰੀਬਨ 4 ਸੂਏ ਰੱਖਦੇ ਜੀ, ਪਹਿਲਾਂ ਝੋਟੀ ਤੋਂ ਲੈ ਕੇ 4 ਸੂਆਂ ਦੇ, ਉਸ ਤੋਂ ਬਾਅਦ ਫਰੋਖਤ ਕਰ ਦਈਦੀ ਜੀ। ਤੇ ਗਾਂ ਕਿੰਨੇ ਸੂਏ ਤੁਸੀਂ ਚਲਾ ਸਕਦੇ ਹੋ? ਗਾਂ ਵੀ ਤਕਰੀਬਨ ਇਤਨੀ 3-4। ਉਸ ਤੋਂ ਬਾਅਦ ਕਿਉਂਕਿ ਗਰਮੀ ਹੈ, ਗਾਈਆਂ ਜਿਹੜੀਆਂ ਉਹ ਜ਼ਿਆਦਾ ਤੱਕਦੀਆਂ ਨਹੀਂ। ਠੀਕ ਹੈ। ਅੱਛਾ ਇਹਨਾਂ ਜਾਨਵਰਾਂ ਨੂੰ ਕਿਹੜੀ ਕਿਹੜੀ ਬਿਮਾਰੀ ਲੱਗ ਸਕਦੀ? ਬਿਮਾਰੀ ਜ਼ਿਆਦਾ ਥਣ ਦਾ ਮਸਲਾ ਬਣ ਜਾਂਦਾ ਜੀ। ਠੀਕ ਹੈ। ਗਾਈਆਂ ਨੂੰ ਖਾਸ ਤੌਰ ਤੇ ਕੋਈ ਨਾ ਚਵਾਈ ਦਾ ਬੜਾ ਖਿਆਲ ਤਿਆਰ ਰੱਖਣਾ ਪੈਂਦਾ। ਠੀਕ ਹੈ। ਉਸ ਤੋਂ ਬਾਅਦ ਬੁਖਾਰ, ਨਾਰਮਲ ਟੈਂਪਰੇਚਰ ਵਗੈਰਾ, ਮੂੰਹ ਖੁਰ ਦਾ ਵੀ ਮਸਲਾ ਆ ਜਾਂਦਾ। ਉਹਦੇ ਵਾਸਤੇ ਹਿਫਾਜ਼ਤੀ ਵੈਕਸੀਨਾਂ ਚੱਲਦਾ ਸ਼ਾਇਦ। ਤੁਸੀਂ ਹਿਫਾਜ਼ਤੀ ਵੈਕਸੀਨ ਸਾਲ 'ਚੋਂ ਕਿੰਨੀ ਦਫਾ ਕਰਵਾਉਂਦੇ ਹੋ? ਅਸੀਂ ਜੀ 2 ਦਫਾ ਕਰਵਾਈ ਦੀ ਜੀ। ਠੀਕ ਹੋ ਗਿਆ। ਅੱਛਾ ਜਨਾਬ ਇਹ ਦੱਸੋ ਵੀ ਅਗਰ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਲੇਕਿਨ ਉਸ ਕੋਲ ਸਰਮਾਏ ਦੀ ਕਮੀ ਹੈ ਤੇ ਛੋਟੇ ਬੱਚੇ ਲੈ ਕੇ
5-5 ਮਹੀਨੇ ਦੇ 6-6 ਮਹੀਨੇ ਦੇ ਜਾਂ ਸਾਲ ਤੱਕ ਜੀ ਜੀ ਉਹ ਇਹ ਪਾ ਕੇ ਤੇ ਡੈਰੀ ਫਾਰਮਿੰਗ ਵਾਲਾ ਕੰਮ ਕਰ ਸਕਦਾ ਹੈ, ਕਾਮਯਾਬ ਹੋਏਗਾ? ਮੁਸ਼ਕਲ ਹੈ ਜੀ। ਅੱਛਾ, ਕੀ ਮੁਸ਼ਕਲ ਹੋਏਗੀ ਇਸ ਨੂੰ? ਮੁਸ਼ਕਲ ਹੈ ਇੱਕ ਤੇ ਜਿਹੜਾ 5-5 6-6 ਮਹੀਨੇ ਵਾਲਾ ਬੱਚਾ ਲਏਗਾ ਜੀ ਉਹਦਾ ਘੱਟੋ ਘੱਟ ਵੀ ਜੀ ਉਹਨੂੰ 3 ਸਾਲ ਇੰਤਜ਼ਾਰ ਕਰਨਾ ਪਏਗਾ ਮੱਝ ਦੇ ਬੱਚੇ ਦਾ। ਠੀਕ ਹੈ। ਗਾਂ ਦਾ ਚਲੋ ਹੈ ਕਿ ਸਾਲ ਦੇ ਵਿੱਚ ਅੱਗੋਂ 6 ਮਹੀਨਿਆਂ ਦਾ ਹੋਇਆ ਸਾਲ ਹੋਰ ਰੱਖ ਕੇ ਉਹ ਤੇ ਬਣ ਜਾਏਗੀ, ਦੁੱਧ ਦੇਣ ਲੱਗ ਪਏਗੀ 2 ਸਾਲਾਂ 'ਚ। ਠੀਕ ਹੈ। ਲੇਕਿਨ ਉਹ ਅਗਰ ਕੋਈ ਸਰਮਾਏ ਦੀ ਅੱਗੇ ਕਮੀ ਹੈ ਠੀਕ ਹੈ ਤਾਂ ਬਾਅਦ 'ਚ ਇੰਨਾ ਚਿਰ ਉਹਨਾਂ ਦਾ ਚਾਰੇ ਦਾ ਉਹਨਾਂ ਦੀ ਹਿਫਾਜ਼ਤ ਦਾ ਖਿਆਲ ਰੱਖਣਾ ਪੈਣਾ ਜੀ। ਠੀਕ ਹੈ। ਅੱਛਾ ਜਨਾਬ, ਇਹ ਦੱਸੋ ਵੀ ਡੈਰੀ ਫਾਰਮਿੰਗ ਵਾਲੇ ਇਸ ਕੰਮ ਦਾ ਤੁਸੀਂ ਕੀ ਮੁਸਤਕਬਲ ਵੇਖ ਰਹੇ ਹੋ? ਫਿਲਹਾਲ ਤੇ ਜੀ ਕੋਈ ਨਹੀਂ ਦੇਖਣਾ ਜਿਹੜੇ ਹਾਲਾਤ ਚੱਲਦੇ ਪਏ। ਠੀਕ ਹੈ। ਇੱਥੋਂ ਸਾਨੂੰ ਜਿਸ ਹਿਸਾਬ ਨਾਲ ਸਾਡਾ ਸ਼ੌਕ ਹੈ ਜੀ, ਠੀਕ ਹੈ, ਸਾਨੂੰ ਦਵੰਡਾ ਵੀ ਕੋਲੋਂ ਪੈ ਰਿਹਾ ਜੀ, ਮੁਲਾਜ਼ਮ ਤਨਖਾਹ ਵੀ ਕੋਲੋਂ ਪੈ ਰਹੀ, ਹਾਲਾਂਕਿ ਰਕਬਾ ਆਪਣਾ ਹੋਣ ਦੇ ਬਾਵਜੂਦ ਚਾਰਾ ਸਾਨੂੰ ਜਿਹੜਾ ਉਹ ਇੱਕ ਬੜੀ ਸਹੂਲਤ ਹੈ। ਠੀਕ ਹੈ। ਬਹੁਤ ਹਾਲਾਤ ਤੰਗੇ ਹਾਲਾਤ। ਅੱਛਾ ਜਨਾਬ, ਇਹ ਦੱਸੋ ਬਈ ਜਿਹੜਾ ਡੈਰੀ ਫਾਰਮਿੰਗ ਵਾਲਾ ਤੁਸੀਂ ਕੰਮ ਕਰ ਰਹੇ ਹੋ, ਜਿਤਨੇ ਅਰਸੇ ਤੋਂ ਇਹ ਕੰਮ ਕਰ ਰਹੇ ਹੋ, ਤੁਸੀਂ ਸਿਰਫ ਆਪਣਾ ਸ਼ੌਕ ਹੀ ਪੂਰਾ ਕਰ ਰਹੇ ਹੋ? ਸਿਰਫ ਸ਼ੌਕ ਹੀ ਜੀ। ਅੱਛਾ, ਮੁਨਾਫੇ ਸ਼ੁਨਾਫੇ ਹੈ ਤਾਂ ਕਦੀ? ਕੋਈ ਜੀ ਇਹਦੇ 'ਚ ਮੁਨਾਫਾ ਨਹੀਂ ਜੀ, ਅੱਜ ਤਾਈਂ 1 ਰੁਪਿਆ ਨਹੀਂ ਫਾਰਮਿੰਗ ਦੇ ਵਿੱਚ 1 ਰੁਪਿਆ ਚਾ ਕੇ ਜੀ ਕਿਸੇ ਦੂਜੇ ਪਾਸੇ ਨਹੀਂ ਲਾਇਆ। ਅੱਛਾ ਅੱਛਾ, ਤੁਸੀਂ ਦੂਜੇ ਬੰਦਿਆਂ ਨਾਲ ਅਗਰ ਕੋਈ ਡੈਰੀ ਫਾਰਮਿੰਗ ਵਾਲਾ ਕੰਮ ਕਰਨਾ ਚਾਹੁੰਦਾ ਤਾਂ ਉਸ ਨੂੰ ਕੀ ਮਸ਼ਵਰਾ ਦੋਗੇ? ਇਸ ਕੰਮ ਵਾਲੀ ਸੈਡਲ ਆਵੇ ਜਾਂ ਨਾ ਆਵੇ? ਅਗਰ ਸਾਨੂੰ ਮੈਂ ਪਹਿਲਾਂ ਦੱਸਿਆ ਜੀ, ਅਗਰ ਇਕੱਲਾ ਡੈਰੀ ਫਾਰਮਿੰਗ ਦੁੱਧ ਵਾਸਤੇ ਕਰਨਾ ਚਾਹੁੰਦਾ ਤੇ ਉਹਨੂੰ ਸਿਰਫ ਦੁੱਧ ਵਾਲੇ ਜਾਨਵਰ ਰੱਖਣੇ ਚਾਹੀਦੇ। ਠੀਕ ਹੋ ਗਿਆ। ਤੇ ਸ਼ੌਕੀਆ ਤਾਂ ਫਿਰ ਬੰਦੇ ਦਾ ਆਪਣਾ ਸ਼ੌਕ ਹੈ ਜੀ। ਠੀਕ ਹੋ ਗਿਆ। ਉਹਦੇ ਸਾਥ ਬਿਸਮਿਲ੍ਲਾ, ਇਹਦੇ ਨਾਲ ਦਾ ਸ਼ੌਕ ਕੋਈ ਨਹੀਂ। ਠੀਕ ਹੈ। ਬੜਾ ਮਜ਼ੇਦਾਰ ਸ਼ੌਕ ਜੀ। ਠੀਕ ਹੈ। ਤੇ ਫਾਰਮਿੰਗ ਅੱਛਾ, ਦੁੱਧ ਦੀ ਫਾਰਮਿੰਗ ਵਾਸਤੇ ਉਹ ਬੰਦਾ ਕਾਮਯਾਬ ਹੋ ਸਕਦਾ ਹੈ? ਹੋ ਸਕਦਾ, ਲੇਕਿਨ ਸਿਰਫ ਦੁੱਧ ਵਾਲੇ ਜਾਨਵਰ ਰੱਖੇ। ਠੀਕ ਹੈ। ਤੁਸੀਂ ਕਿਦਾਂ ਸਾਡੇ ਵੇਖ ਰਹੇ ਜੀ, ਵਿੱਚ ਜੋਟੀਆਂ ਛੋਟੀਆਂ ਵੀ ਹੈ, ਹੋਰ ਵੀ ਹੈ, ਲੇਕਿਨ ਉਹਦੇ ਵਿੱਚ ਦੁੱਧ ਵਾਲਾ ਕੰਮ ਐਡਜਸਟਮੈਂਟ ਨਹੀਂ ਹੁੰਦਾ ਜੀ। ਅੱਛਾ, ਤੁਸੀਂ ਆਪਣੇ ਜਾਨਵਰ ਮੁਕਾਬਲੇ ਵਿੱਚ ਵੀ ਲੈ ਕੇ ਜਾਂਦੇ ਹੋ? ਨਹੀਂ ਜੀ, ਅਸੀਂ ਸਿਰਫ ਆਪਣੇ ਸ਼ੌਕ ਤੋਂ ਆਪਣੇ ਇਲਾਕੇ ਦੀ ਹੱਦ ਤਾਈਂ। ਠੀਕ ਹੈ, ਮੁਕਾਬਲੇ ਨਹੀਂ ਲੈ ਕੇ ਜਾਂਦੇ? ਕੋਈ ਨਹੀਂ। ਠੀਕ ਹੋ ਗਿਆ। ਅੱਛਾ ਭਾਈਜਾਨ, ਤੁਹਾਡਾ ਇੰਟਰਵਿਊ ਕਰਕੇ ਬਹੁਤ ਅੱਛਾ ਲੱਗਾ ਤੇ ਉਮੀਦ ਹੈ ਇਸ ਇੰਟਰਵਿਊ ਤੋਂ ਜਨਾਬ ਸਾਡੇ ਨਾਜ਼ਰੀਨ ਨੂੰ ਵੀ ਬਹੁਤ ਰਹਿਨਮਾਈ ਹਾਸਲ होगी। ਤੁਸੀਂ अपना कीमती वक्त सन दिता जनाब, ਤੁਹਾਡਾ बहुत शुक्रिया। अच्छा दोस्तों, डेयरी फार्मिंग के ऊपर आपने मेरी वीडियो देखी, उम्मीद है ये वीडियो आपको पसंद आई होगी। मज़ीद अच्छी वीडियोज़ के लिए मेरे इस चैनल को सब्सक्राइब करें और साथ बेल आइकन प्रेस कर दें। आपका बहुत शुक्रिया।